ਤੁਸੀਂ ਸੁਣ ਰਹੇ ਹੋ ਕਿਤਾਬ ਮੇਰੀ ਰਾਮ ਕਹਾਣੀ। ਲੇਖਕ ਬਾਬਾ ਸੋਹਣ ਸਿੰਘ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਦੂਜੇ ਭਾਗ ਵਿੱਚ ਸੁਣੋ ਬਾਬਾ ਸੋਹਣ ਸਿੰਘ ਭਕਨਾ ਦਾ ਮੁੱਢਲਾ ਜੀਵਨ ਅਤੇ ਪਰਿਵਾਰ ਬਾਰੇ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪੁਸਤਕ, ਜਿਸ ਦਾ ਨਾਮ ਮੇਰੀ ਰਾਮ ਕਹਾਣੀ ਹੈ ਤੇ ਜਿਸ ਵਿੱਚ ਮੈਂ ਆਪਣੇ ਜੀਵਨ ਦੇ ਚੰਗੇ ਮੰਦੇ ਸਾਰੇ ਹੀ ਅੰਗ ਦਿਖਾਉਣਾ ਚਾਹੁੰਦਾ ਹਾਂ, ਮੈਨੂੰ ਇਸ ਜੇਲ੍ਹ ਦੇ ਵਲਗਣ ਅੰਦਰ, ਜਿੱਥੇ ਕਿ ਹਰ ਵਕਤ ਭਿਆਨਕ ਖਤਰੇ ਦਾ ਟਾਕਰਾ ਰਹਿੰਦਾ ਏ, ਲਿਖਣ ਦੀ ਕਿਉਂ ਲੋੜ ਪਈ ਤੇ ਮੈਂ ਕਿਉਂ ਲਿਖਣੀ ਸ਼ੁਰੂ ਕੀਤੀ, ਜਦੋਂ ਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਭਈ ਨਾ ਮੈਂ ਕੋਈ ਮਸ਼ਹੂਰ ਲੀਡਰ ਹੀ ਹਾਂ ਤੇ ਨਾ ਹੀ ਕੋਈ ਵੱਡਾ ਅਮੀਰ ਤੇ ਰਾਜਾ ਮਹਾਰਾਜਾ ਜਿਸ ਨੂੰ ਲੋਕੀ ਆਪ ਜਾਣਦੇ ਪਛਾਣਦੇ ਹੋਣ ਤੇ ਜਿਸ ਦੀ ਜੀਵਨੀ ਪੜ੍ਹਨ ਸੁਣਨ ਲਈ ਉਹ ਬੇਚੈਨ ਹੋ ਰਹੇ ਹੋਣ। ਸਗੋਂ ਮੈਂ ਇੱਕ ਗੁਮਨਾਮ ਤੇ ਗਰੀਬ ਕਿਰਸਾਨ ਹਾਂ, ਜਿਸ ਨੂੰ ਸਵਾਏ ਪਿੰਡ ਦੇ ਗਿਣਵੇਂ ਬੰਦਿਆਂ ਤੋਂ ਬਾਹਰ ਕੋਈ ਨਹੀਂ ਜਾਣਦਾ ਬੁੱਝਦਾ ਵੀ ਨਹੀਂ। ਤੇ ਫਿਰ ਅਜਿਹੀ ਹਾਲਤ ਵਿੱਚ ਮੈਂ ਕਿਉਂ ਜਾਣ ਬੁੱਝ ਕੇ ਅਗਨ ਕੁੰਡ ਵਿੱਚ ਛਾਲ ਮਾਰ ਰਿਹਾ? ਕੀ ਮੈਨੂੰ ਜਿੰਦ ਪਿਆਰੀ ਨਹੀਂ ਹੈ? ਕੀ ਮੈਂ ਜੇਲ੍ਹ ਤੋਂ ਬਾਹਰ ਜਾਣਾ ਪਸੰਦ ਨਹੀਂ ਕਰਦਾ? ਇਹ ਸੱਚ ਹੈ ਕਿ ਮੈਂ ਲੀਡਰ ਨਹੀਂ, ਨਾ ਹੀ ਕੋਈ ਅਮੀਰ ਜਾਂ ਰਾਜਾ ਮਹਾਰਾਜਾ ਹੀ ਹਾਂ, ਜਿਸ ਦੇ ਅਮੋਲਕ ਜੀਵਨ ਤੋਂ ਆਮ ਲੋਕਾਂ ਨੂੰ ਕੋਈ ਲਾਭ ਪੁੱਜ ਸਕਦਾ ਹੋਵੇ। ਮੈਂ ਤਾਂ ਨਿਰਾ ਇੱਕ ਗਰੀਬ ਤੇ ਅਨਪੜ੍ਹ ਕਿਸਾਨ ਹਾਂ। ਇਹ ਵੀ ਨਹੀਂ ਕਿ ਬਾਕੀ ਸੰਸਾਰੀ ਜੀਵਾਂ ਵਾਂਗ ਮੈਨੂੰ ਆਪਣੀ ਜਾਨ ਪਿਆਰੀ ਨਹੀਂ ਹੈ, ਜਾਂ ਮੈਂ ਜੇਲ੍ਹ ਤੋਂ ਛੁਟਕਾਰਾ ਪਾ ਕੇ ਸੁਤੰਤਰ ਜੀਵਨ ਬਤੀਤ ਕਰਨਾ ਨਹੀਂ ਚਾਹੁੰਦਾ। ਨਹੀਂ, ਮੈਂ ਵੀ ਇੱਕ ਇਨਸਾਨ ਹਾਂ ਤੇ ਸੰਸਾਰ ਦੇ ਸਾਰੇ ਸੁੱਖ ਮਾਨਣਾ ਚਾਹੁੰਦਾ, ਪਰ ਕਰਤੱਵ ਫਰਜ਼ ਡਾਢਾ ਏ ਜੋ ਮੈਨੂੰ ਮਜਬੂਰ ਕਰ ਰਿਹਾ ਹੈ ਕਿ ਜੇ ਮੈਂ ਇਨਸਾਨ ਹਾਂ ਤਾਂ ਉਸ ਨੂੰ ਪੂਰਾ ਕਰਾਂ। ਉਹ ਫਰਜ਼ ਕਿਹੜਾ ਏ? ਸੁਣੋ। ਮੈਨੂੰ ਇਸ ਗਰੀਬੀ ਤੇ ਗੁਮਨਾਮੀ ਦੀ ਦਸ਼ਾ ਵਿੱਚ ਹੀ ਇੱਕ ਅਮੋਲਕ ਕੌਮੀ ਖਜ਼ਾਨਾ ਹੱਥ ਲੱਗਾ ਏ, ਜਿਸ ਨੂੰ ਮੈਂ ਕਈ ਔਖੇ ਸਮਿਆਂ ਵਿੱਚ ਦੀ ਲੰਘਦਿਆਂ ਹੋਇਆਂ ਵੀ ਅੱਜ ਤੱਕ ਲੁਟੇਰਿਆਂ, ਖੁਫੀਆ ਪੁਲਿਸ ਹੱਥੋਂ ਬਚਾ ਕੇ ਸੀਨੇ ਸੰਦੂਕ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ। ਪਰ ਹੁਣ ਮੇਰੀ ਕਾਇਆ ਦਿਨੋਂ ਦਿਨ ਖੀਣ ਹੁੰਦੀ ਜਾ ਰਹੀ ਹੈ। ਮੈਨੂੰ ਡਰ ਪ੍ਰਤੀਤ ਹੋ ਰਿਹਾ ਹੈ ਭਈ ਕਿਤੇ ਇਸ ਖਜ਼ਾਨੇ ਨੂੰ ਕੌਮ ਦੇ ਸਪੁਰਦ ਕੀਤੇ ਬਿਨਾਂ ਹੀ ਜੀਵ ਪੰਛੀ ਇਸ ਕਾਇਆ ਰੂਪੀ ਪਿੰਜਰੇ ਵਿੱਚੋਂ ਨਾ ਉੱਡ ਜਾਏ। ਫਿਰ ਇਹ ਅਰਮਾਨ ਮੇਰੇ ਦਿਲ ਵਿੱਚ ਰਹਿ ਜਾਏ ਕਿ ਕਿਉਂ ਨਾ ਮੈਂ ਜਿਉਂਦੇ ਜੀ ਆਪਣਾ ਫਰਜ਼ ਪੂਰਾ ਕੀਤਾ ਤੇ ਕੌਮ ਦੀ ਅਮਾਨਤ ਕੌਮ ਦੇ ਹਵਾਲੇ ਕਿਉਂ ਨਾ ਕਰ ਦਿੱਤੀ। ਬਸ ਇਹੋ ਗੱਲ ਹੈ ਜੋ ਮੈਨੂੰ ਆਪਣਾ ਕਰਤੱਵ ਨਿਭਾਉਣ ਲਈ ਪ੍ਰੇਰਨਾ ਕਰ ਰਹੀ ਹੈ। ਮੇਰੇ ਕਈ ਮਿੱਤਰਾਂ ਨੇ ਵੀ ਮੈਨੂੰ ਮਨ੍ਹਾ ਕੀਤਾ ਹੈ ਕਿ ਜੇਲ੍ਹ ਦੇ ਅੰਦਰ ਕਾਨੂੰਨ ਸ਼ਿਕੰਜੇ ਵਿੱਚ ਮੁੜ ਫਸਣ ਦਾ ਯਤਨ ਨਾ ਕਰਾਂ ਤੇ ਜੇਲ੍ਹੋਂ ਬਾਹਰ ਆ ਕੇ ਜੋ ਮਰਜ਼ੀ ਲਿਖਾਂ। ਮੈਂ ਉਹਨਾਂ ਹਿਤਕਾਰੀ ਸੱਜਣਾਂ ਦਾ ਧੰਨਵਾਦੀ ਹਾਂ ਜੋ ਮੈਨੂੰ ਬਾਹਰ ਦੇਖਣਾ ਚਾਹੁੰਦੇ ਹਨ, ਪਰ ਮੈਂ ਉੱਤੇ ਦੱਸ ਚੁੱਕਾ ਹਾਂ ਕਿ ਮੇਰੀ ਸਿਹਤ ਹੁਣ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜੇਲੋਂ ਵੀ ਛੁਟਕਾਰੇ ਦੀ ਅਜੇ ਕੋਈ ਆਸ ਨਹੀਂ ਹੈ। ਅਜਿਹੀ ਦਸ਼ਾ ਵਿੱਚ ਮੈਂ ਕੌਮੀ ਰਿਣ ਸਿਰੋਂ ਲਾਹ ਦੇਣਾ ਹੀ ਉਚਿਤ ਖਿਆਲ ਕਰਦਾ ਹਾਂ। ਮੰਨ ਲਓ ਕਿ ਜੇ ਜੇਲ੍ਹ ਕਾਨੂੰਨ ਮੇਰੇ ਉੱਤੇ ਕੋਈ ਪੰਜਾ ਮਾਰੇ ਵੀ ਤਾਂ ਉਸ ਪੰਜੇ ਵਿੱਚ ਫਸ ਕੇ ਹੋਰ ਵੀ ਦੁੱਖਾਂ ਤੇ ਜਾਨ ਜੋਖਮਾਂ ਵਿੱਚ ਪੈ ਜਾਵਾਂ ਤਾਂ ਵੀ ਇਸ ਵਿੱਚ ਕੀ ਪਰਵਾਹ ਹੈ, ਕਿਉਂ ਜੋ ਕੌਮੀ ਲਾਭ ਦੇ ਸਾਹਮਣੇ ਇਹ ਸਾਰੇ ਦੁੱਖ ਔਕੜਾਂ ਤੇ ਹਰਜ ਮਰਜ ਤੁੱਛ ਹਨ। ਉਹ ਖਜ਼ਾਨਾ ਜਿਸ ਦਾ ਮੈਂ ਉੱਤੇ ਜ਼ਿਕਰ ਕਰ ਆਇਆ ਹਾਂ ਕੋਈ ਰੁਪਇਆ ਪੈਸਾ ਜਾਂ ਲਾਲ ਜਵਾਹਰ ਆਦਿਕ ਨਹੀਂ ਹੈ, ਸਗੋਂ ਇਹਨਾਂ ਸਾਰਿਆਂ ਨਾਲੋਂ ਉਹ ਬਹੁਤ ਅਮੋਲਕ ਦੌਲਤ ਹੈ, ਜਿਸ ਦਾ ਟਾਕਰਾ ਇਹ ਸੰਸਾਰਕ ਦੌਲਤ ਕਦਾਚਿਤ ਨਹੀਂ ਕਰ ਸਕਦੀ। ਸੰਸਾਰ ਦੀ ਸਾਰੀ ਦੌਲਤ ਇਸ ਖਜ਼ਾਨੇ ਦੇ ਇੱਕ ਰਤਨ ਦਾ ਪਸੰਗ ਵੀ ਨਹੀਂ ਹੈ ਤੇ ਨਾ ਹੀ ਇਸ ਦੁਨੀਆ ਦੀ ਦੌਲਤ ਨਾਲ ਉਸ ਖਜ਼ਾਨੇ ਦੇ ਰਤਨ ਖਰੀਦੇ ਹੀ ਜਾ ਸਕਦੇ ਨੇ। ਇਹਨਾਂ ਰਤਨਾਂ ਦਾ ਮੁੱਲ ਉਹ ਸ਼ਖਸ ਪਾ ਸਕਦਾ ਹੈ ਜੋ ਪਹਿਲਾਂ ਹੀ ਆਪਣਾ ਸੀਸ ਕਟਾ ਕੇ ਕੌਮ ਦੇ ਚਰਨਾਂ ਵਿੱਚ ਰੱਖ ਦੇਵੇ ਤੇ ਦੇਸ਼ ਕੌਮ ਦਾ ਸਿਰ ਲੱਥ ਸੇਵਕ ਬਣ ਜਾਵੇ। ਉਹ ਅਜਿਹਾ ਅਮੋਲਕ ਖਜ਼ਾਨਾ ਕੀ ਹੈ? ਉਹ ਹੈ ਕੌਮੀ ਇਤਿਹਾਸ, ਜੋ ਸ਼ਹੀਦਾਂ ਦੇ ਬਲੀਦਾਨਾਂ ਦਾ ਸਿੱਟਾ ਹੈ ਤੇ ਜੋ ਵਰਤਮਾਨ ਅਤੇ ਅਗਲੀਆਂ ਪੋਚਾਂ ਦੇ ਜੀਵਨ ਦੀ ਪੂੰਜੀ ਹੈ। ਇਹੋ ਇਤਿਹਾਸ ਇਸ ਸੁਤੰਤਰਤਾ ਯੁੱਧ ਵਿੱਚ ਸੂਰਬੀਰਾਂ ਨੂੰ ਆਜ਼ਾਦੀ ਉੱਪਰ ਮਰ ਮਿਟਣ ਦੀ ਸਿੱਖਿਆ ਦੇਣ ਵਾਲਾ ਆਗੂ ਤੇ ਆਉਣ ਵਾਲੇ ਆਜ਼ਾਦ ਸਮੇਂ ਦਾ ਢੰਡੋਰਚੀ ਅਤੇ ਪ੍ਰਜਾ ਨੂੰ ਆਜ਼ਾਦੀ ਦੀ ਖੁਸ਼ਖਬਰੀ ਸੁਣਾਉਣ ਵਾਲਾ
ਨਵੇਂ ਜੰਗ ਦਾ ਨਵਾਂ ਪੈਗੰਬਰ ਹੈ, ਜਿਸ ਦਾ ਇੱਕ ਇੱਕ ਅੱਖਰ ਸਿਆਹੀ ਨਾਲ ਨਹੀਂ ਸਗੋਂ ਸ਼ਹੀਦਾਂ ਦੀ ਰਤ ਨਾਲ ਲਿਖਿਆ ਜਾਵੇਗਾ। ਭਾਵੇਂ ਸਾਰਾ ਕੌਮੀ ਇਤਿਹਾਸ ਮੇਰੇ ਪਾਸ ਮੌਜੂਦ ਨਹੀਂ ਹੈ, ਤਾਂ ਵੀ ਇਹ ਦਾਅਵੇ ਦੀ ਗੱਲ ਹੈ ਕਿ ਇਤਿਹਾਸ ਦਾ ਜਿਤਨਾ ਹਿੱਸਾ ਵੀ ਮੇਰੇ ਪਾਸ ਹੈ, ਜੇ ਇਹ ਮੇਰੇ ਜੀਵਨ ਨਾਲ ਹੀ ਸਮਾਪਤ ਹੋ ਜਾਵੇ ਤੇ ਕੌਮ ਨੂੰ ਇਸ ਦੀ ਖਬਰ ਤੱਕ ਨਾ ਹੋਵੇ, ਤਾਂ ਉਹ ਕੌਮੀ ਇਤਿਹਾਸ ਜਿਸ ਦੀ ਨੀਂਹ ਅਣਗਿਣਤ ਕੌਮੀ ਸ਼ਹੀਦਾਂ ਦੇ ਸੀਸ ਕੁਰਬਾਨ ਕਰਕੇ ਰੱਖੀ ਗਈ ਹੈ, ਉੱਕਾ ਹੀ ਨਾਮੁਕੰਮਲ ਤੇ ਅਧੂਰਾ ਰਹਿ ਜਾਵੇਗਾ, ਜਿਸ ਤੋਂ ਹੁਣ ਦੀਆਂ ਨਸਲਾਂ ਤੇ ਅਗਲੇ ਪੋਚ ਪੂਰੀ ਨਾ ਹੋਣ ਵਾਲਾ ਘਾਟਾ ਸਹਿਣ ਕਰਨਾ ਪਵੇਗਾ। ਸੱਚੀ ਗੱਲ ਤਾਂ ਇਹ ਹੈ ਕਿ ਸੰਨ 1915 ਦੀ ਗਦਰ ਲਹਿਰ ਦਾ ਇਹ ਬੁਨਿਆਦੀ ਪੱਥਰ, ਜਿਸ ਉੱਪਰ ਗਦਰ ਪਾਰਟੀ ਦੀ ਨੀਂਹ ਤੇ ਜਿਸ ਨੀਂਹ ਉੱਤੇ ਗਦਰ ਲਹਿਰ ਦੇ ਬਾਕੀ ਇਤਿਹਾਸ ਦੀ ਉਸਾਰੀ ਦਾ ਨਿਰਭਰ ਹੈ, ਗੁੰਮ ਹੋ ਜਾਏ ਤਾਂ ਉਸ ਗਦਰ ਲਹਿਰ ਦੇ ਇਤਿਹਾਸ ਦਾ ਜ਼ਰੂਰੀ ਅੰਗ, ਜੋ ਅਮਰੀਕਾ ਦੀ ਗਦਰ ਪਾਰਟੀ ਦੀ ਜਿੰਦ ਜਾਨ ਹੈ, ਨਿਰਾ ਮੁਰਦਾ ਹੀ ਨਹੀਂ ਹੋ ਜਾਵੇਗਾ, ਸਗੋਂ ਉੱਕਾ ਹੀ ਮਲੀਆ ਮੀਟ ਹੋ ਜਾਣ ਦਾ ਬਹੁਤ ਡਰ ਹੈ। ਕਿਉਂ ਜੋ ਕੁਝ ਸੱਜਣਾ ਤੋਂ ਛੁੱਟ, ਜੋ ਜਾਂ ਤੇ ਜੇਲ੍ਹਾਂ ਵਿੱਚ ਸੜ ਰਹੇ ਨੇ ਤੇ ਜਾਂ ਸ਼ਹੀਦ ਹੋ ਚੁੱਕੇ ਨੇ, ਬਾਕੀ ਆਮ ਸੱਜਣਾ, ਭਾਵੇਂ ਉਹ ਇਸ ਸੁਸਾਇਟੀ ਦੇ ਮੈਂਬਰ ਵੀ ਕਿਉਂ ਨਾ ਹੋਣ, ਗਦਰ ਪਾਰਟੀ ਦੇ ਆਰੰਭ ਉਸ ਦੇ ਨਿਯਮਾਂ, ਜਥੇਬੰਦੀ ਦੇ ਅਸੂਲਾਂ ਤੋਂ, ਹਿੰਦੀ ਐਸੋਸੀਏਸ਼ਨ ਗਦਰ ਪਾਰਟੀ ਦੇ ਗੁਪਤ ਕੰਮਾਂ ਤੋਂ ਬਹੁਤ ਘੱਟ ਜਾਣੂ ਹਨ। ਇਸ ਦਾ ਕਾਰਨ ਇਹ ਹੈ ਕਿ ਬਹੁਤ ਸਾਰੇ ਗੱਭਰੂ ਦੇਸ਼ ਭਗਤ ਉਸ ਵਕਤ ਆ ਕੇ ਪਾਰਟੀ ਵਿੱਚ ਭਰਤੀ ਹੋਏ ਹਨ, ਜਦੋਂ ਕਿ ਪਾਰਟੀ ਜਥੇਬੰਦੀ ਦਾ ਕੰਮ ਖੈਰ ਸਾਰਾ ਮੁਕਾ ਚੁੱਕੀ ਸੀ। ਇਹੋ ਕਾਰਨ ਹੈ ਕਿ ਅਮਰ ਸਿੰਘ ਤੇ ਮੂਲਾ ਸਿੰਘ ਦੇ ਮੁਖਬਰ ਬਣ ਜਾਣ ਉੱਪਰ ਵੀ ਗਵਰਨਮੈਂਟ ਨੂੰ ਸੁਸਾਇਟੀ ਦੇ ਅਸਲੀ ਸਮਾਚਾਰਾਂ ਦਾ ਪਤਾ ਨਹੀਂ ਲੱਗਾ ਸੀ। ਸਿਰਫ ਉਸ ਬਾਹਰੀ ਹਿੱਸੇ ਦਾ ਭੇਦ ਖੁੱਲ੍ਹ ਸਕਿਆ ਸੀ ਜੋ ਪ੍ਰਗਟ ਤੌਰ ਉੱਪਰ ਕੰਮ ਹੁੰਦੇ ਰਹੇ। ਅਸਲ ਭੇਦਾਂ ਦੇ ਗੁਪਤ ਰਹਿਣ ਕਰਕੇ ਹੀ ਗਦਰ ਪਾਰਟੀ ਕਈ ਵਾਰੀ ਫੇਲ ਹੋ ਕੇ ਵੀ ਫੇਰ ਆਪਣੇ ਪੈਰਾਂ ਤੇ ਖੜੀ ਹੋ ਜਾਂਦੀ ਰਹੀ ਤੇ ਅੰਗਰੇਜ਼ੀ ਹਕੂਮਤ ਨੂੰ ਉਸ ਦੇ ਅਸਲ ਫੈਲਾਓ ਦਾ ਛੇਤੀ ਪਤਾ ਨਾ ਲੱਗ ਸਕਿਆ। ਇਸ ਇਤਿਹਾਸਕ ਨੁਕਸਾਨ ਦੇ ਭੈ ਕਰਕੇ ਹੀ ਅੱਜ ਮੈਂ ਹਿੰਦੀ ਐਸੋਸੀਏਸ਼ਨ ਗਦਰ ਪਾਰਟੀ ਦੇ ਇਤਿਹਾਸ ਦਾ ਬੁਨਿਆਦੀ ਪੱਥਰ ਰੱਖਣ ਲੱਗਾ ਹਾਂ ਅਤੇ ਨਾਲ ਹੀ ਮੈਂ ਆਪਣੇ ਜੀਵਨ ਦੇ ਚੰਗੇ ਮੰਦੇ ਪਾਸੇ ਦਿਖਾਉਣਾ ਚਾਹੁੰਦਾ, ਤਾਂ ਜੋ ਗੱਭਰੂ ਮੇਰੇ ਜੀਵਨ ਦੇ ਦੋਹਾਂ ਅੰਗਾਂ ਉੱਪਰ ਨਿਗਾਹ ਮਾਰ ਕੇ ਜੀਵਨ ਦੇ ਮੰਦੇ ਅੰਗ ਤੋਂ ਬਚ ਸਕਣ ਤੇ ਇਹ ਸਮਝ ਸਕਣ ਕਿ ਮਨੁੱਖਾ ਜੀਵਨ ਕਿਹੜੀਆਂ ਔਖੜ ਘਾਟੀਆਂ ਵਿੱਚ ਦੀ ਲੰਘਦਾ ਹੋਇਆ ਟੁਰਦਾ ਏ ਤੇ ਚੰਗੀ ਮੰਦੀ ਸੰਗਤ ਦਾ ਕੀ ਫਲ ਹੁੰਦਾ ਹੈ। ਭੈੜੀ ਸੰਗਤ ਕੀਕਣ ਮਨੁੱਖੀ ਜੀਵਨ ਨੂੰ ਫਨਾਹ ਕਰਦੀ ਹੈ ਤੇ ਭਲੀ ਸੰਗਤ ਕਿਵੇਂ ਵਿਗੜੇ ਜੀਵਨ ਨੂੰ ਵੀ ਨੇਕੀ ਦੇ ਸੰਚੇ ਵਿੱਚ ਢਾਲ ਕੇ 12 ਬੰਨੀ ਦਾ ਸੋਨਾ ਬਣਾ ਦਿੰਦੀ ਹੈ। ਪਾਠਕਾਂ ਨੂੰ ਇਹ ਗੱਲ ਦੱਸ ਦੇਣੀ ਵੀ ਮੇਰੀ ਜਾਚੇ ਜ਼ਰੂਰੀ ਹੈ ਕਿ ਮੈਨੂੰ ਕਿਸੇ ਖਾਸ ਫਿਰਕੇ ਜਾਂ ਮਜ਼ਹਬ ਦਾ ਕੋਈ ਖਾਸ ਲਿਹਾਜ਼ ਨਹੀਂ ਹੈ। ਮੈਂ ਖਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼ਹਬੀ ਧੜੇਬੰਦੀਆਂ ਤੋਂ ਨਿਰਲੇਪ ਹਾਂ। ਮੇਰੇ ਇਸ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ ਕੋਈ ਪਿਆਰ ਨਹੀਂ। ਮੈਂ ਸੱਚੇ ਧਰਮ ਨੂੰ ਮੰਨਦਾ ਹਾਂ, ਜੋ ਦੁਨੀਆ ਦੇ ਹਰ ਇੱਕ ਮਨੁੱਖ ਇਸਤਰੀ ਮਰਦ ਲਈ ਜ਼ਰੂਰੀ ਹੈ। ਮੈਂ ਧਰਮ ਦੇ ਅਰਥ ਵਿੱਚ ਸਦਾਚਾਰ ਲੈਂਦਾ ਹਾਂ, ਜੋ ਮਨੁੱਖ ਨੂੰ ਆਜ਼ਾਦੀ ਤੇ ਬਰਾਬਰੀ ਸਿਖਾਉਂਦਾ ਹੈ। ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ ਕਿ ਉਹ ਸਾਰੀ ਮਨੁੱਖ ਜਾਤੀ ਨੂੰ ਆਜ਼ਾਦ ਤੇ ਸਮਾਨ ਦੇਖਣਾ ਚਾਹੁੰਦਾ ਹੈ ਅਤੇ ਸਾਰੀ ਖਲਕਤ ਨਾਲ ਸੱਚਾ ਪ੍ਰੇਮ ਕਰਦਾ ਹੈ। ਉਸ ਨੂੰ ਜੋ ਪਿਆਰ ਆਪਣੇ ਆਪ ਨਾਲ ਹੈ, ਉਹ ਪ੍ਰੇਮ ਹੋਰਨਾਂ ਨਾਲ। ਜੇ ਉਸ ਨੂੰ ਸੰਸਾਰ ਦੀ ਕਿਸੇ ਸ਼ੈ ਤੋਂ ਘਿਰਣਾ ਹੈ ਤਾਂ ਉਹ ਗੁਲਾਮੀ ਹੈ। ਸੱਚ ਤਾਂ ਇਹ ਹੈ ਕਿ ਅਸਲ ਧਰਮ ਤੇ ਰਾਜਨੀਤੀ ਕੋਈ ਦੋ ਚੀਜ਼ਾਂ ਨਹੀਂ ਹਨ। ਧਰਮ ਦੇ ਅਰਥ ਵੀ ਸੱਚੇ ਕਰਤੱਵ ਜਾਂ ਡਿਊਟੀ ਦੇ ਹਨ ਤੇ ਰਾਜਨੀਤੀ ਦਾ ਭਾਵ ਵੀ ਸੁਧਾਰ ਹੀ ਹੈ। ਦੋਹਾਂ ਦਾ ਅਸਲ ਭਾਵ ਇੱਕੋ ਹੈ। ਧਰਮ ਤੇ ਰਾਜਨੀਤੀ ਦਾ ਆਦਰਸ਼ ਵੀ ਇੱਕੋ, ਅਰਥਾਤ ਆਜ਼ਾਦੀ ਤੇ ਬਰਾਬਰੀ ਹੈ। ਸੱਚੇ ਨੀਤੀਵੇਤਾ ਨੂੰ ਭਾਵੇਂ ਰਾਜਨੀਤਿਕ ਆਖ ਲਵੋ, ਭਾਵੇਂ ਧਰਮੀ, ਗੱਲ ਇੱਕੋ ਹੈ। ਸੱਚਾ ਧਰਮੀ ਤੇ ਨੀਤੀਵੇਤਾ ਸਦਾ ਫਿਰਕੇ ਬੰਦੀਆਂ ਤੋਂ ਉੱਚਾ ਹੁੰਦਾ ਹੈ। ਉਹ ਸਾਰੀ ਮਨੁੱਖ ਜਾਤੀ ਨੂੰ ਇੱਕੋ ਭਾਈਚਾਰੇ ਦੀ ਲੜੀ ਵਿੱਚ ਪਰੋਣਾ ਚਾਹੁੰਦਾ ਹੈ, ਜਿਸ ਤੋਂ ਸੰਸਾਰ ਵਿੱਚ ਆਨੰਦ ਤੇ ਸ਼ਾਂਤੀ ਦਾ ਰਾਜ ਹੋਵੇ। ਜਿਹੜੇ ਬੇਲੀ ਧਰਮੀ ਜਾਂ ਨੀਤੀਗਤ ਅਖਵਾ ਕੇ ਵੀ ਫਿਰਕੇ ਬੰਦੀਆਂ ਤੇ ਧੜੇਬੰਦੀਆਂ ਦੇ ਹਾਮੀ ਹਨ, ਅਸਲ ਵਿੱਚ ਨਾ ਉਹ ਸੱਚੇ ਧਰਮੀ ਹਨ ਤੇ ਨਾ ਹੀ ਰਾਜਨੀਤੀਵੇਤਾ। ਅਜਿਹੇ ਲੋਕਾਂ ਨੂੰ ਧਰਮੀ ਜਾਂ ਨੀਤੀਵੇਤਾ ਕਹਿਣਾ ਹੀ ਗਲਤ ਹੈ। ਅਸਲ ਵਿੱਚ ਇਹ ਲੋਕ ਗੁਲਾਮੀ ਦੇ ਹਾਮੀ ਹੁੰਦੇ ਹਨ, ਜੋ ਆਪਣੇ ਪਸ਼ੂ ਬਲ ਨਾਲ ਹੋਰਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ।
इन्हां लोकां दी किरपा नाल ही मनुख जाति का बहुत वड्डा हिस्सा गुलामी दे कुंभी नरक विच सड़ रहा है। मैं उन्हां सारे हिंदी देश भगतां दा दिल जान तो चाकर हाँ जिन्हां ने समय सिर अपनी मातर भूमि नूं आज़ाद कराउण दा यतन कीता है ते सुतंत्रता युद्ध विच शामिल हो के अपने आप नूं पतंगे वांगू देश कौम उत्ते निशावर कर दिता है। मैं उन्हां नामधारी शहीदां नूं बारंबार वंदना करदा हाँ जो सन 1872 विच देश कौम की खातर अंग्रेज़ां दीआं तोपां अगाड़ी खिड़े मत्थे ਉੱਡੇ सन। मैं उस महापुरुष सच्चे कौम पूज बाबा राम सिंह जी ਨੂੰ ਦਿਲ ਵਿੱਚ ਗੂੜੇ ਪ੍ਰੇਮ ਨਾਲ ਆਸਣ ਦਿੰਦਾ ਹਾਂ ਤੇ ਉਹਨਾਂ ਦਾ ਸਦਾ ਸਤਿਕਾਰ ਕਰਦਾ ਹਾਂ ਜੋ ਨਾਮਧਾਰੀ ਦਲ ਦੇ ਆਗੂ ਸਨ ਜਿਨ੍ਹਾਂ ਨੇ ਅਤਿਅੰਤ ਬਹਾਦਰੀ ਤੇ ਦ੍ਰਿੜ ਵਿਸ਼ਵਾਸੀ ਨਾਲ ਬਰਮਾ ਵਿੱਚ 25 ਵਰੇ ਅੰਗਰੇਜ਼ਾਂ ਦੀ ਕੈਦ ਅੰਦਰ ਰਹਿ ਕੇ ਸ਼ਹੀਦੀ ਪਾਈ ਤੇ ਇੰਨੇ ਲੰਮੇ ਦਸੌਂਟੇ ਵਿੱਚ ਇੱਕ ਪਲ ਭਰ ਵੀ ਢਹਿੰਦੀਆਂ ਕਲਾ ਵੱਲ ਨਹੀਂ ਝੁਕੇ। ਹਰ ਇੱਕ ਦੇਸ਼ ਭਗਤ ਦੇ ਸਾਹਮਣੇ उस सच्चे आगू ने शानदार पूरने पा दस्या कि किवें वैरी की कैद विच रह के एक देश भगत नूं जुल्मां दा टाकरा करदियां होइयां अपने आदर्श उपर डटे रहना चाहिए है। मैं महाराणा लक्ष्मी बाई झांसी की देश भगती राणी ते सन 1857 दे उन्हां देश भगतां सिपाहियां नूं अपने हिरदे मंदिर विच डाढे आदर नाल बिठाउंदा हां जिन्हां ने 57 दे सुतंत्रता युद्ध विच हिस्सा लिया सी। मैं उन्हां सारे देश भगतां नूं अत्यंत प्रेम नाल याद करदा हां जो कौमी अणख उपर मर मिटे। मैं 1915 दे उन्हां देश सेवकां दा पुजारी हां जिन्हां ने 1915 दी गदर लहर विच पंजाब जौड़े सूबे यूपी ब्रह्मा सियाम मलाया हांगकांग शंघाई कनेडा ते अमरीका आदि देशां अंदर सुतंत्रता युद्ध विच हिस्सा लिया ਅਤੇ ਕੁੱਲ ਦੁਨੀਆ ਦੇ ਤਖਤੇ ਉੱਤੋਂ ਤੇ ਖਾਸ ਕਰਕੇ ਹਿੰਦੁਸਤਾਨ ਵਿੱਚੋਂ ਗੁਲਾਮੀ ਨੂੰ ਮਾਰ ਕੱਢਣ ਲਈ ਆਪਣੀਆਂ ਅਮੋਲਕ ਜਿੰਦਾਂ ਕੁਰਬਾਨ ਕੀਤੀਆਂ। ਹੱਸ ਕੇ ਆਜ਼ਾਦੀ ਵਾਸਤੇ ਫਾਂਸੀਆਂ ਉੱਪਰ ਲਟਕੇ। ਮੈਂ ਜਲਿਆਂਵਾਲੇ ਬਾਗ ਅੰਮ੍ਰਿਤਸਰ ਦੇ ਉਹਨਾਂ ਸ਼ਹੀਦਾਂ ਦੇ ਚਰਨਾਂ ਉੱਪਰ ਪ੍ਰੇਮ ਦੇ ਫੁੱਲ ਚੜਾਉਂਦਾ ਹਾਂ ਜੋ ਜ਼ਾਲਮਾਂ ਦੀਆਂ ਗੋਲੀਆਂ ਦੇ ਨਿਸ਼ਾਨਾ ਬਣੇ। ਮੈਨੂੰ ਵਿਸਾਰੇ ਸਾਰੇ ਸ਼ਹੀਦਾਂ ਨਾਲ ਡੂੰਘਾ ਪ੍ਰੇਮ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਕੰਮ ਕੀਤਾ ਤੇ ਕੁਰਬਾਨ ਹੋਏ। ਮੈਨੂੰ ਉਹਨਾਂ ਜੀਵਨ ਮੁਕਤ ਸ਼ਹੀਦਾਂ ਨਾਲ ਜੋ ਸੁਤੰਤਰਤਾ ਦੀ ਖਾਤਰ ਅਜੇ ਤੱਕ ਜੇਲ੍ਹ ਨਰਕ ਵਿੱਚ ਰਹਿ ਰਹੇ ਨੇ ਉਹ ਸੱਚਾ ਪ੍ਰੇਮ ਹੈ ਜੋ ਇੱਕ ਦੇਸ਼ ਭਗਤ ਨੂੰ ਹੋਰਨਾਂ ਨਾਲ ਹੋਣਾ ਚਾਹੀਦਾ ਹੈ। ਮੈਂ ਨਿਸਬਾਸਰ ਉਹਨਾਂ ਸਾਰੇ ਬੰਗਾਲੀ ਮਰਾਠਿਆਂ ਗੁਜਰਾਤੀਆਂ ਪੰਜਾਬੀਆਂ ਤੇ ਜੌੜੇ ਸੂਬੇ ਵਾਲੇ ਜੀਵਤ ਸ਼ਹੀਦਾਂ ਦੇ ਨਾਮ ਦੀ ਮਾਲਾ ਫੇਰਦਾ ਹਾਂ ਜੋ ਅੰਡੇਮਾਨ ਤੇ ਹਿੰਦੁਸਤਾਨ ਦੀਆਂ ਹੋਰਨਾਂ ਜੇਲ੍ਹਾਂ ਵਿੱਚ ਮੇਰੇ ਨਾਲ ਰਹੇ ਅਤੇ ਜਿਨ੍ਹਾਂ ਨਾਲ ਮੇਰੇ ਬੜੇ ਮੌਜ ਮੇਲੇ ਵਿੱਚ ਦਿਨ ਨਿਕਲੇ। ਮੈਂ ਕਾਮਾਗਾਟਾ ਮਾਰੂ ਗੁਰੂ ਨਾਨਕ ਨਾਮ ਜਹਾਜ਼ ਦੇ ਬਜ ਵਾਲੇ ਸ਼ਹੀਦਾਂ ਤੇ ਅਕਾਲੀ ਲਹਿਰ ਦੇ ਸੱਤਿਆਗ੍ਰਹੀ ਸ਼ਹੀਦਾਂ ਦੇ ਨਾਮ ਦਾ ਜਾਪ ਜਪਣ ਵਾਲਾ ਉਪਾਸ਼ਕ ਹਾਂ ਜੋ ਧਰਮ ਤੇ ਦੇਸ਼ ਦੀ ਖਾਤਰ ਜ਼ਾਲਮਾਂ ਦੀਆਂ ਮਸ਼ੀਨ ਗੰਨਾਂ ਤੇ ਬੰਦੂਕਾਂ ਦੀਆਂ ਗੋਲੀਆਂ ਦਾ ਹੱਸ ਕੇ ਨਿਸ਼ਾਨਾ ਬਣੇ ਅਤੇ ਧਰਮ ਅਤੇ ਮੁਲਕ ਉੱਤੋਂ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹਨਾਂ ਹਿੰਦੀ ਦੇਸ਼ ਭਗਤਾਂ ਤੋਂ ਛੁੱਟ ਮੈਂ ਸੰਸਾਰ ਭਰ ਦੇ ਉਹਨਾਂ ਕੁੱਲ ਮਹਾਂਪੁਰਸ਼ਾਂ ਦਾ ਦਿਲੋਂ ਚਾਕਰ ਹਾਂ ਜੋ ਮਨੁੱਖ ਜਾਤੀ ਵਿੱਚ ਆਜ਼ਾਦੀ ਤੇ ਬਰਾਬਰੀ ਕਾਇਮ ਕਰਨ ਦੇ ਹੱਕ ਵਿੱਚ ਹਨ ਤੇ ਮਨੁੱਖ ਮਾਤਰ ਨੂੰ ਗੁਲਾਮੀ ਦੇ ਪੰਜੇ ਤੋਂ ਖਲਾਸੀ ਦਿਵਾਉਣਾ ਚਾਹੁੰਦੇ ਨੇ। ਜ਼ਰੂਰੀ ਬੇਨਤੀ। ਆਰਾਮ ਕਹਾਣੀ ਆਰੰਭ ਕਰਨ ਤੋਂ ਪਹਿਲਾਂ ਮੈਂ ਪਾਠਕਾਂ ਦੀ ਸੇਵਾ ਵਿੱਚ ਇੱਕ ਬੇਨਤੀ ਕਰ ਦੇਣਾ ਜ਼ਰੂਰੀ ਸਮਝਦਾ। ਉਹ ਇਹ ਕਿ ਹਰ ਇੱਕ ਇਤਿਹਾਸ ਲੇਖਕ ਦਾ ਇਹ ਪਹਿਲਾ ਫਰਜ਼ ਹੁੰਦਾ ਹੈ ਕਿ ਉਹ ਹੋ ਚੁੱਕੀਆਂ ਘਟਨਾਵਾਂ ਉਹਨਾਂ ਦੇ ਕਾਰਨਾਂ ਉਹਨਾਂ ਵਿੱਚ ਹੋਏ ਕੰਮਾਂ ਤੇ ਸਿੱਟਿਆਂ ਨੂੰ ਜਿਉਂ ਦਾ ਤਿਉਂ ਅੰਕਿਤ ਕਰੇ। ਕਿਸੇ ਡਰ ਲਾਲਚ ਜਾਂ ਧੜੇਬੰਦੀ ਵਿੱਚ ਫਸ ਕੇ ਸੱਚਾਈ ਦੇ ਗਲ ਛੁਰੀ ਨਾ ਫੇਰੇ। ਪੂਰਨ ਸੱਚਾਈ ਨਾਲ ਆਪਣਾ ਫਰਜ਼ ਨਿਭਾਵੇ। ਕੰਮ ਕਰਨ ਵਾਲਿਆਂ ਦੀਆਂ ਭੁੱਲਾਂ ਕਮਜ਼ੋਰੀਆਂ ਤੇ ਦਰੁਸਤੀਆਂ ਨੂੰ ਇੰਨ ਬਿੰਨ ਦਿਖਾਉਣ ਦਾ ਯਤਨ ਕਰੇ ਤਾਂ ਜੋ ਪੜ੍ਹਨ ਵਾਲੇ ਇਤਿਹਾਸ ਦੀ ਸਹਾਇਤਾ ਨਾਲ ਆਪਣੀ ਜੀਵਨ ਦੀਆਂ ਭੁੱਲਾਂ ਊਣਤਾਈਆਂ ਤੇ ਭਲਾਈਆਂ ਨੂੰ ਸਾਵੇਂ ਕੰਡੇ ਤੋਲ ਸਕੇ ਅਤੇ ਆਪਣੇ ਜੀਵਨ ਤੇ ਕੌਮੀ ਕੰਮ ਵਿੱਚ ਊਣ ਤੇ ਭੁੱਲ ਰਹਿ ਗਈ ਹੋਵੇ ਉਸ ਨੂੰ ਪੂਰਾ ਕਰਕੇ ਆਪਣਾ ਰਾਹ ਦਰੁਸਤ ਕਰ ਸਕਣ। ਇਸ ਭਾਰੇ ਕਰਤੱਵ ਨੂੰ ਮੁੱਖ ਰੱਖ ਕੇ ਮੈਂ ਇਸ ਆਪਣੀ ਰਾਮ ਕਹਾਣੀ ਵਿੱਚ ਆਪਣੇ ਜੀਵਨ ਦੇ ਭਲੇ ਬੁਰੇ ਸਾਰੇ ਅੰਗ ਹੂ ਬਹੂ ਲਿਖ ਦਿੱਤੇ ਹਨ
ਤਾਂ ਜੋ ਪਾਠਕ ਮੇਰੀਆਂ ਭੁੱਲਾਂ ਊਣਤਾਈਆਂ ਤੇ ਭੁਲਾਈਆਂ ਤੋਂ ਪੂਰਾ ਲਾਭ ਉਠਾ ਸਕਣ। ਹੁਣ ਖਿਆਲ ਕਰਨ ਦੀ ਗੱਲ ਏ ਕਿ ਜੋ ਬੰਦਾ ਆਪਣੀਆਂ ਕਮਜ਼ੋਰੀਆਂ ਤੇ ਗਲਤੀਆਂ ਨੂੰ ਨਹੀਂ ਲੁਕਾਉਂਦਾ, ਉਹ ਹੋਰਨਾਂ ਦਾ ਭਲਾ ਕਦੋਂ ਲਿਹਾਜ਼ ਕਰੇਗਾ? ਕਿਉਂ ਜੋ ਉਹ ਅੱਛੀ ਤਰ੍ਹਾਂ ਜਾਣਦਾ ਏ ਕਿ ਇਤਿਹਾਸਕ ਘਟਨਾਵਾਂ ਉੱਤੇ ਪਰਦਾ ਪਾਉਣਾ, ਕੌਮ ਨੂੰ ਧੋਖਾ ਦੇਣਾ ਤੇ ਬੱਜਰ ਪਾਪ ਦਾ ਅਪਰਾਧੀ ਹੋਣਾ, ਤਾਂ ਉਹ ਕਿਉਂ ਜਾਣ-ਬੁੱਝ ਕੇ ਕਲੰਕ ਖੱਟੇਗਾ? ਇਸ ਲਈ ਸਨੇਮਰ ਪ੍ਰਾਰਥਨਾ ਹੈ ਕਿ ਮੇਰੀ ਲਿਖਤ ਕਿਸੇ ਸੱਜਣ ਨੂੰ ਪਸੰਦ ਨਾ ਵੀ ਆਵੇ ਤਾਂ ਉਹ ਮੈਨੂੰ ਖਿਮਾ ਬਖਸ਼ੇ, ਕਿਉਂ ਜੋ ਮੈਂ ਆਪਣੀ ਡਿਊਟੀ ਨਿਭਾਉਣ ਲਈ ਮਜਬੂਰ ਹਾਂ। ਹਾਂ, ਜੇ ਮੈਂ ਝੂਠ ਲਿਖਾਂ ਤਾਂ ਮੈਂ ਉਹਨਾਂ ਦਾ ਦੇਣਦਾਰ ਹਾਂ। ਪਰਦੇਸ ਰਟਣ ਦਾ ਕਾਰਨ। ਪਰਦੇਸ ਰਟਣ ਦਾ ਕਾਰਨ ਮੇਰੀ ਮਾਇਕ ਕਮਜ਼ੋਰੀ ਸੀ ਤੇ ਮਾਲੀ ਕਮਜ਼ੋਰੀ ਮੇਰੀ ਹੀ ਬੁਰੇ ਭਲੇ ਕਰਮ ਦਾ ਸਿੱਟਾ ਸੀ, ਕਿਉਂ ਜੋ ਇਹ ਕੰਗਾਲੀ ਮੈਨੂੰ ਕੋਈ ਬਾਪ ਦਾਦੇ ਵੱਲੋਂ ਵਿਰਸੇ ਵਿੱਚ ਨਹੀਂ ਸੀ ਮਿਲੀ। ਜਦੋਂ ਮੇਰੇ ਪਿਤਾ ਜੀ ਕਾਲਵਸ ਹੋਏ ਸਨ ਤਾਂ ਉਸ ਵਕਤ ਮੈਂ ਆਪਣੀ ਮਾਤਾ ਦੀ ਕੁੱਛੜ ਵਿੱਚ ਸਿਰਫ 1 ਵਰ੍ਹੇ ਦਾ ਨਿੱਕੜਾ ਜਿਹਾ ਬਾਲ ਰਹਿ ਗਿਆ ਸਾਂ। ਮੇਰੀ ਜ਼ਮੀਨ ਵੀ ਸਾਰੇ ਪਿੰਡ ਦੇ ਜ਼ਿਮੀਂਦਾਰਾਂ ਨਾਲੋਂ ਵਧੇਰੇ ਸੀ। ਭੋਏ ਭਾਂਡੇ ਤੋਂ ਬਿਨਾਂ ਰੋਕ ਰੁਪਇਆ ਤੇ ਮੱਝੀ ਗਾਈ ਵੀ ਚੋਖੀਆਂ ਸਨ। ਮੇਰੇ ਬਾਪੂ ਜੀ ਦੇ 2 ਵਿਆਹ ਸਨ ਅਤੇ ਮੇਰੀ ਦਾਦੀ ਜੀ ਵੀ ਜਿਉਂਦੇ ਸਨ। ਸਿਵਾਏ ਮੇਰੀਆਂ ਦੋਹਾਂ ਮਾਤਾਵਾਂ ਤੇ ਦਾਦੀ ਜੀ ਦੇ ਹੋਰ ਮੇਰਾ ਕੋਈ ਚਾਚਾ ਤਾਇਆ ਜਾਂ ਦੂਜਾ ਭੈਣ ਭਰਾ ਨਹੀਂ ਸੀ। ਰੱਬ ਦੀ ਮਰਜ਼ੀ 3-4 ਪੀੜ੍ਹੀਆਂ ਤੋਂ ਸਾਡੇ ਘਰਾਣੇ ਵਿੱਚ ਦਾੜੀ ਵਾਲਾ ਪੁੱਤਰ ਬੰਦਾ ਇਕੱਲਾ ਹੀ ਚਲਾਉਂਦਾ ਸੀ। ਬਾਪ ਦਾਦੇ ਦਾ ਇਹੋ ਵਿਰਸਾ ਮੇਰੇ ਹਿੱਸੇ ਆਇਆ। ਇਸ ਲਈ ਪਿਤਾ ਜੀ ਦੇ ਚਲਾਣੇ ਮਗਰੋਂ ਹੁਣ ਸਾਰੀ ਜਾਇਦਾਦ ਦਾ ਵਾਰਸ ਮੈਂ ਇਕੱਲਾ ਹੀ ਸਾਂ। ਮੇਰੇ ਪਿਤਾ ਜੀ ਉਹਨਾਂ ਨੇਕ ਵਡਾਰੂਆਂ ਤੇ ਗੁਰਸਿੱਖਾਂ ਵਿੱਚੋਂ ਸਨ ਜੋ ਰੱਬ ਦੇ ਬੰਦਿਆਂ ਦੀ ਸੇਵਾ ਕਰਨਾ ਆਪਣਾ ਪਰਮ ਧਰਮ ਸਮਝਦੇ ਹਨ। ਹੁਣ ਤੱਕ ਵੀ ਉਹਨਾਂ ਦੇ ਹਰਮਨ ਪਿਆਰੇ ਹੋਣ ਤੇ ਗਰੀਬ ਗੁਰਬੇ ਦੀ ਸੇਵਾ ਕਰਨ ਦੀਆਂ ਸਾਖੀਆਂ ਸਾਡੇ ਲਾਗੇ ਬੰਨੇ ਦੇ ਬਿਰਧਾਂ ਦੀਆਂ ਰਸਨਾਂ ਤੋਂ ਆਮ ਸੁਣੀਦੀਆਂ ਨੇ। ਮੇਰੀ ਧਰਮ ਮਾਤਾ ਜੀ। ਪਿਤਾ ਜੀ ਦੇ ਸੁਭਾਗ ਵਸ ਮੇਰੀ ਧਰਮ ਮਾਤਾ ਜੀ ਉਹਨਾਂ ਨੇਕ ਦੇਵੀਆਂ ਵਿੱਚੋਂ ਇੱਕ ਸਨ ਜੋ ਆਪਣੇ ਸਿਰ ਸਾਈਂ ਦੇ ਹਰ ਭਲੇ ਵਿੱਚ ਹਿੱਸਾ ਲੈਣਾ ਆਪਣਾ ਪਰਮ ਧਰਮ ਸਮਝਦੀਆਂ ਹਨ। ਇਸ ਲਈ ਮੇਰੇ ਪਿਤਾ ਜੀ ਡਾਢੇ ਸੁਖੀ ਸਨ। ਗੁਰੂ ਸਾਹਿਬ ਨੇ ਸੱਚ ਫਰਮਾਇਆ ਹੈ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਤੋਏ ਮੂਰਤੀ ਧਨ ਫਿਰ ਕਈਆਂ ਸੋਏ। ਇਹ ਕਥਨ ਮੇਰੇ ਪਿਤਾ ਮਾਤਾ ਉੱਪਰ ਇਨ ਬਿਨ ਘਟਦਾ ਸੀ, ਪਰ ਸ਼ੋਕ ਫੁੱਲ ਨਾਲ ਕੰਡਾ ਵੀ ਜ਼ਰੂਰ ਹੁੰਦਾ ਹੈ। ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੀ ਆ ਧਮਕਦਾ ਹੈ। ਇੰਨੇ ਸਾਰੇ ਸੁੱਖ ਹੁੰਦਿਆਂ ਸੁਣਦਿਆਂ ਵੀ ਮੇਰੀ ਧਰਮ ਮਾਤਾ ਤੇ ਬਾਪੂ ਜੀ ਸੰਤਾਨ ਸੁੱਖ ਤੋਂ ਵਿਰਵੇ ਸਨ। ਇਹ ਅਸਹਿ ਸਾਲ ਮੇਰੀ ਧਰਮ ਮਾਤਾ ਜੀ ਨੂੰ ਸਦਾ ਬੇਬਲ ਕੀਤੀ ਰੱਖਦਾ ਸੀ। ਜਦੋਂ ਉਹਨਾਂ ਨੂੰ ਆਪਣੀ ਕੁੱਖ ਸੁਭਾਗੀ ਹੋਣ ਵੱਲੋਂ ਉੱਕਾ ਹੀ ਨਿਰਾਸਤਾ ਹੋ ਗਈ ਤਾਂ ਉਹਨਾਂ ਨੇ ਬਾਪੂ ਜੀ ਨੂੰ ਦੂਜਾ ਵਿਆਹ ਕਰਾਉਣ ਲਈ ਮਜਬੂਰ ਕੀਤਾ। ਪਿਤਾ ਜੀ ਨੇ ਕਿੰਨਾ ਚਿਰ ਤਾਂ ਧਰਮ ਮਾਤਾ ਜੀ ਦੀ ਇਹ ਗੱਲ ਨਾ ਮੰਨੀ, ਪਰ ਇੱਕ ਦਿਨ ਜਦੋਂ ਉਹ ਬਹੁਤ ਦੁਖੀ ਹੋ ਕੇ ਇਉਂ ਆਖਣ ਲੱਗੇ ਕਿ ਕੀ ਆਪ ਨਹੀਂ ਚਾਹੁੰਦੇ ਜੋ ਇਸ ਘਰਾਣੇ ਦਾ ਨਾਮ ਨਿਸ਼ਾਨ ਸੰਸਾਰ ਉੱਤੇ ਬਣਿਆ ਰਹੇ। ਆਖਰ ਇਸ ਤਰ੍ਹਾਂ ਮੇਰੀ ਧਰਮ ਮਾਤਾ ਜੀ ਦੇ ਬਹੁਤ ਹੱਠ ਕਰਨ ਪਰ ਪਿਤਾ ਜੀ ਨੂੰ ਉਹਨਾਂ ਦੀ ਗੱਲ ਮੰਨਣੀ ਪਈ। ਮੇਰਾ ਜਨਮ ਮਾਘ ਸੰਮਤ 1930 ਬਿਕਰਮੀ ਅਨੁਸਾਰ 1873 ਈਸਵੀ ਨੂੰ ਪਿੰਡ ਖੋਤਰਾ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਮੇਰੇ ਨਾਨਕੇ ਘਰ ਮੇਰਾ ਜਨਮ ਹੋਇਆ। ਜਦੋਂ 3 ਮਹੀਨਿਆਂ ਦਾ ਹੋਇਆ ਤਾਂ ਦਾਦਕੇ ਪਿੰਡ ਭਕਨਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਆ ਗਿਆ। ਮੇਰੇ ਪਿਤਾ ਜੀ ਦਾ ਨਾਮ ਕਰਮ ਸਿੰਘ, ਧਰਮ ਮਾਤਾ ਜੀ ਦਾ ਹਰ ਕੌਰ ਤੇ ਜਨਨੀ ਮਾਤਾ ਦਾ ਨਾਮ ਰਾਮ ਕੌਰ ਸੀ। ਮੇਰਾ ਨਾਮ ਸੋਹਣ ਸਿੰਘ ਰੱਖਿਆ ਗਿਆ। ਅਜੇ ਮੈਂ ਮਸਾਂ ਵਰ੍ਹੇ ਕੁ ਦਾ ਹੋਇਆ ਹੋਵਾਂਗਾ ਕਿ ਮੇਰੇ ਪਿਤਾ ਜੀ ਭਾਣੇ ਅੰਦਰ ਕਾਲਵਸ ਹੋ ਗਏ। ਪਿਤਾ ਜੀ ਦਾ ਅੰਤਮ ਹੁਕਮ ਵਸੀਅਤ। ਜਦੋਂ ਪਿਤਾ ਜੀ ਦਾ ਅੰਤ ਸਮਾਂ ਨੇੜੇ ਆਇਆ ਤਾਂ ਉਹਨਾਂ ਨੇ ਆਪਣੀ ਮਾਤਾ ਜੀ ਮੇਰੀ ਦਾਦੀ ਜੀ ਨੂੰ ਸੰਬੋਧਨ ਕਰਕੇ ਇਉਂ ਫਰਮਾਇਆ, ਹੁਣ ਮੈਂ ਗੁਰੂ ਧਾਮ ਨੂੰ ਜਾ ਰਿਹਾ ਹਾਂ। ਆਪ ਨੇ ਮੇਰਾ ਕੋਈ ਸੋਗ ਨਹੀਂ ਕਰਨਾ, ਪਰ ਮੇਰੇ ਮਗਰੋਂ ਇੱਕ ਇਹ ਗੱਲ ਜ਼ਰੂਰ ਕਰਨੀ ਕਿ ਅੱਧੀ ਜ਼ਮੀਨ ਤੇ ਅੱਧੀ ਜਾਇਦਾਦ ਤਾਂ ਆਪਣੇ ਪੋਤਰੇ ਮੇਰੇ ਨਾਮ ਤੇ, ਅੱਧੀ ਹਰ ਕੌਰ ਮੇਰੀ ਧਰਮ ਮਾਤਾ ਦੇ ਨਾਮ ਲਵਾ ਦੇਣੀ, ਤਾਂ ਜੋ ਮੇਰੇ ਮਗਰੋਂ ਉਹਨਾਂ ਨੂੰ ਕੋਈ ਔਖਿਆਈ ਨਾ ਹੋਵੇ। ਅਤੇ ਮੇਰੀ ਧਰਮ ਮਾਤਾ ਜੀ ਨੂੰ ਇਉਂ ਫਰਮਾਇਆ, ਅੱਛਾ ਹੁਣ ਮੈਂ ਆਪ ਸਾਰਿਆਂ ਪਾਸੋਂ ਸਦਾ ਲਈ ਆਪ ਵਿਦਾ ਹੁੰਦਾ ਹਾਂ। ਆਪਣੇ ਪੁੱਤਰ ਦੀ ਪਾਲਣਾ ਕਰੋ। ਮੇਰੀ ਧਰਮ ਮਾਤਾ ਜੀ
ਅਜੇ ਕੁਝ ਕਹਿਣਾ ਹੀ ਚਾਹੁੰਦੇ ਸਨ ਕਿ ਉਹ ਪਿਤਾ ਜੀ ਸਦਾ ਲਈ ਚੁੱਪ ਹੋ ਗਏ। ਮੇਰੀ ਧਰਮ ਮਾਤਾ ਜੀ ਦਾ ਤਿਆਗ। ਮੇਰੇ ਪਿਤਾ ਜੀ ਦੇ ਚਲਾਣੇ ਤੋਂ ਥੋੜਾ ਚਿਰ ਮਗਰੋਂ ਮੇਰੀ ਦਾਦੀ ਜੀ ਨੇ ਆਪਣੇ ਸੁਪੁੱਤਰ ਦੀ ਆਖਰੀ ਪ੍ਰਾਰਥਨਾ ਅਨੁਸਾਰ ਕੰਮ ਕਰਨਾ ਚਾਹਿਆ, ਪਰ ਮੇਰੀ ਧਰਮ ਮਾਤਾ ਜੀ ਨੇ ਭੋਏ ਭਾਂਡਾ ਤੇ ਜਾਇਦਾਦ ਆਦਿਕ ਆਪਣੇ ਨਾਮ ਕਰਾਉਣ ਤੋਂ ਨਾ ਕਰ ਦਿੱਤੀ। ਪਰ ਦਾਦੀ ਜੀ ਨੇ ਉਹਨਾਂ ਦਾ ਇਹ ਇਨਕਾਰ ਪ੍ਰਵਾਨ ਨਾ ਕੀਤਾ ਤੇ ਉਹਨਾਂ ਦੇ ਨਾ ਨੁਕਰ ਕਰਨ ਉੱਪਰ ਵੀ ਆਪਣੇ ਸੁਪੁੱਤਰ ਦੀ ਆਖਰੀ ਬੇਨਤੀ ਅਨੁਸਾਰ ਅੱਧੀ ਜ਼ਮੀਨ ਤੇ ਜਾਇਦਾਦ ਮੇਰੀ ਧਰਮ ਮਾਤਾ ਜੀ ਦੇ ਨਾਮ ਕਰਾ ਦਿੱਤੀ। ਪਰ ਮੈਂ ਸੱਚ ਕਹਿੰਦਾ ਹਾਂ ਕਿ ਮੈਂ ਆਪਣੀ ਧਰਮ ਮਾਤਾ ਜੀ ਦੇ ਮੂੰਹੋਂ ਇੱਕ ਵੇਰਾ ਵੀ ਇਹ ਕਲਾਮ ਨਹੀਂ ਸੁਣੀ ਵੀ ਇਹ ਜ਼ਮੀਨ ਤੇ ਜਾਇਦਾਦ ਮੇਰੀ ਹੈ। ਜੇ ਮੈਂ ਆਪਣੇ ਨਾਲ ਇਸ ਸੰਸਾਰ ਵਿੱਚ ਕੋਈ ਸੱਚਾ ਪ੍ਰੇਮ ਕਰਨ ਵਾਲਾ ਡਿੱਠਾ ਹੈ ਤਾਂ ਉਹ ਮੇਰੀ ਧਰਮ ਮਾਤਾ ਜੀ ਹੀ ਸਨ। ਪਰ ਅਫਸੋਸ, ਉਹਨਾਂ ਦੀ ਬਿਰਧ ਅਵਸਥਾ ਦੇ ਆਖਰੀ ਸਮੇਂ ਵਿੱਚ ਉਹਨਾਂ ਦੀ ਸੇਵਾ ਕਰਨ ਦਾ ਸੁਭਾਗ ਮੈਨੂੰ ਨਸੀਬ ਨਹੀਂ ਹੋਇਆ। ਮੇਰੇ ਇਸ ਸੇਵਾ ਤੋਂ ਵਿਰਵੇ ਰਹਿਣ ਦਾ ਕਾਰਨ ਪਾਠਕਾਂ ਨੂੰ ਅਗਾੜੀ ਚੱਲ ਕੇ ਮਾਲੂਮ ਹੋ ਜਾਵੇਗਾ। ਦੋਵੇਂ ਭੈਣਾਂ। ਮੇਰੀ ਜਨਨੀ ਮਾਤਾ ਦੀ ਉਮਰ ਉਸ ਵੇਲੇ ਅਜੇ ਬਹੁਤ ਛੋਟੀ ਸੀ ਜਦੋਂ ਇਹ ਦੁਨੀਆ ਉਹਨਾਂ ਵਾਸਤੇ ਹਨੇਰ ਘੁੱਪ ਹੋ ਗਈ, ਪਰ ਉਹਨਾਂ ਨੇ ਇਸ ਛੋਟੀ ਉਮਰ ਵਿੱਚ ਵੀ ਸੰਸਾਰ ਦੀਆਂ ਉਹਨਾਂ ਔਕੜਾਂ ਦਾ ਟਾਕਰਾ ਵੱਡੇ ਹੌਸਲੇ, ਧੀਰਜ ਤੇ ਸ਼ਾਂਤੀ ਨਾਲ ਕੀਤਾ ਜੋ ਪਹਾੜ ਵਾਂਗੂ ਉਹਨਾਂ ਉੱਤੇ ਅਣਭੋਲ ਹੀ ਟੁੱਟ ਪਈਆਂ ਸਨ। ਮੇਰੀ ਧਰਮ ਮਾਤਾ ਜੀ ਦੀ ਆਗਿਆ ਦਾ ਪਾਲਣ ਕਰਨਾ ਉਹਨਾਂ ਦੇ ਜੀਵਨ ਦਾ ਉਦੇਸ਼ ਰਿਹਾ ਅਤੇ ਧਰਮ ਮਾਤਾ ਜੀ ਨੇ ਵੀ ਆਪਣੀ ਨਿੱਕੀ ਭੈਣ ਸਮਾਨ ਸਾਰੀ ਉਮਰ ਉਹਨਾਂ ਨਾਲ ਸੱਚਾ ਪ੍ਰੇਮ ਕੀਤਾ। ਇਹਨਾਂ ਦੋਹਾਂ ਭੈਣਾਂ ਦੀ ਨਿੱਤ ਦੀ ਵਰਤੋਂ ਨੂੰ ਵੇਖ ਕੇ ਕੋਈ ਇਹ ਨਹੀਂ ਸਮਝ ਸਕਦਾ ਸੀ ਕਿ ਸਵਾਏ ਭੈਣਾਂ ਦੇ ਇਹਨਾਂ ਦਾ ਆਪੋ ਵਿੱਚ ਹੋਰ ਵੀ ਸੰਸਾਰਕ ਨਾਤਾ ਹੈ। ਜਦੋਂ ਮੈਂ 7 ਕੁ ਵਰ੍ਹਿਆਂ ਦਾ ਹੋਇਆ ਤਾਂ ਮੇਰੀ ਦਾਦੀ ਜੀ ਤੇ ਧਰਮ ਮਾਤਾ ਜੀ ਨੇ ਮੈਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਹੀ ਗੁਰਮੁਖੀ ਪੜ੍ਹਨੇ ਪਾ ਦਿੱਤਾ। ਮੈਂ 1 ਵਰ੍ਹੇ ਵਿੱਚ ਹੀ ਬਾਲ ਬੋਧ ਤੇ ਦੂਜੇ ਵਿੱਚ 5 ਗ੍ਰੰਥੀ ਪੋਥੀ ਪੜ੍ਹੀ। ਤੀਜੀ ਵਰ੍ਹੇ ਦੇ ਸ਼ੁਰੂ ਵਿੱਚ ਹੀ ਮੇਰੇ ਚੰਗੇ ਭਾਗਾਂ ਨੂੰ ਸਾਡੇ ਪਿੰਡ ਵਿੱਚ ਉਰਦੂ ਦਾ ਮਦਰਸਾ ਖੁੱਲ੍ਹ ਗਿਆ, ਜੋ ਕਿਸੇ ਕਾਰਨ ਕਰਕੇ ਪਹਿਲਾਂ ਬੰਦ ਹੋ ਚੁੱਕਿਆ ਸੀ। ਪਾਠਕ ਹੈਰਾਨ ਹੋਣਗੇ ਕਿ ਉਰਦੂ ਦਾ ਮਦਰਸਾ ਖੁੱਲ੍ਹਣਾ ਮੇਰੀ ਬਦਕਿਸਮਤੀ ਦਾ ਕਾਰਨ ਕਿਉਂ ਸੀ। ਗੱਲ ਇਹ ਹੈ ਕਿ ਜੇ ਮੈਂ ਉੱਕਾ ਹੀ ਅਨਪੜ੍ਹ ਰਹਿੰਦਾ ਤਾਂ ਘੱਟੋ ਘੱਟ ਆਪਣੇ ਹੱਥੀਂ ਹਲ ਵਾਹ ਕੇ ਆਪਣਾ ਢਿੱਡ ਤਾਂ ਭਰ ਸਕਦਾ, ਪਰ ਇਸ ਮਦਰਸੇ ਨੇ ਮੈਨੂੰ ਨਾ ਘਰ ਦਾ ਛੱਡਿਆ ਨਾ ਘਾਟ ਦਾ। ਕਿਉਂ ਜੋ ਮਦਰਸੇ ਦੀ ਛੱਤ ਦੀ ਠੰਡੀ ਛਾਂ ਵਿੱਚ ਕਈ ਵਰ੍ਹੇ ਗੁਜ਼ਾਰਨ ਕਰਕੇ ਮੈਂ ਸੁੱਖ ਰਹਿਣਾ ਹੋ ਗਿਆ। ਜੇਠ ਹਾੜ ਦੀਆਂ ਕੜਕਦੀਆਂ ਧੁੱਪਾਂ ਵਿੱਚ ਹਲ ਵਾਹੁਣਾ ਜਾਂ ਵਾਹੀ ਦਾ ਹੋਰ ਕਾਰ ਵਿਹਾਰ ਕਰਨਾ ਮੇਰੇ ਲਈ ਮੌਤ ਦਿਖਾਈ ਦਿੰਦਾ ਸੀ। ਮਦਰਸੇ ਵਿੱਚ ਵੀ ਚਿੜੀਆਂ ਕਾਵਾਂ ਦੀਆਂ ਕਹਾਣੀਆਂ ਤੋਂ ਛੁੱਟ ਹੋਰ ਕੋਈ ਹੁਨਰ ਜਾਂ ਕਾਰਾਗਰੀ ਦਾ ਕੰਮ ਨਹੀਂ ਸੀ ਸਿੱਖਿਆ ਜਾਂ ਪੜ੍ਹਾਇਆ ਗਿਆ, ਜਿਸ ਦੇ ਵਸੀਲੇ ਨਾਲ ਮੈਂ ਕੁਝ ਹੱਥੀਂ ਕਮਾ ਸਕਾਂ ਤੇ ਆਪਣੇ ਜੀਵਨ ਦੇ ਬੋਝ ਨੂੰ ਖੁਦ ਚੁੱਕ ਸਕਾਂ। ਇਸ ਤੋਂ ਬਿਨਾਂ ਮੈਂ ਹੱਥੀਂ ਹਲ ਵਾਹੁਣ ਦਾ ਜਾਂ ਹੋਰ ਮਿਹਨਤ ਮਜ਼ਦੂਰੀ ਕਰਨਾ ਇੱਕ ਹੱਤਕ ਸਮਝਦਾ ਸੀ, ਕਿਉਂਕਿ ਪੜ੍ਹ ਜੋ ਗਿਆ ਪੜ੍ਹੇ ਲਿਖੇ ਅਕਸਰ ਹਿੰਦੁਸਤਾਨੀ ਹੱਥੀਂ ਮਿਹਨਤ ਮਜ਼ਦੂਰੀ ਕਰਨ ਵਿੱਚ ਸ਼ਰਮ ਸਮਝਦੇ ਨੇ। ਭਾਵੇਂ 10-10, 15-15 ਰੁਪਏ ਦੇ ਮੁਨਸ਼ੀ ਬਣ ਕੇ ਵਿਦੇਸ਼ੀਆਂ ਦੀਆਂ ਜੁੱਤੀਆਂ ਹੀ ਕਿਉਂ ਨਾ ਝਾੜਨੀਆਂ ਪੈਣ, ਹੱਥ ਦੇ ਸੁਤੰਤਰ ਮਿਹਨਤ ਮਜ਼ਦੂਰੀ ਨੂੰ ਕੁੱਲੀਆਂ ਤੇ ਸ਼ੂਦਰਾਂ ਦਾ ਕੰਮ ਸਮਝਿਆ ਜਾਂਦਾ ਹੈ, ਜਿਹਾ ਕਿ ਪੰਜਾਬੀ ਅਖਾਣ ਹੈ, ਪੜ੍ਹੀ ਫਾਰਸੀ ਵੇਚੇ ਤੇਲ, ਦੇਖੋ ਕਰਮਾਂ ਦਾ ਖੇਲ। ਇਸ ਅਖਾਣ ਤੋਂ ਸਾਫ਼ ਪ੍ਰਗਟ ਹੈ ਕਿ ਹਿੰਦੁਸਤਾਨ ਵਿੱਚ ਮਿਹਨਤ ਮਜ਼ਦੂਰੀ ਕਰਨ ਨਾਲੋਂ ਗੋਲ ਗੁਲਾਮ ਦੀ ਚਾਕਰੀ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸਾਡੇ ਲਿਖੇ ਪੜ੍ਹੇ ਗੱਭਰੂ ਮਿਹਨਤ ਮਜ਼ਦੂਰੀ ਕਰਨ ਵਿੱਚ ਸੰਗਾ ਮੰਨਦੇ ਨੇ ਤੇ ਗੋਲਾ ਬਣ ਕੇ ਚਾਕਰੀ ਕਰਨ ਵਿੱਚ ਮਾਣ ਕਰਦੇ ਹਨ। ਤ੍ਰਿਗ ਹੈ ਅਜਿਹੇ ਲੋਕਾਂ ਦੀ ਅਕਲ ਨੂੰ ਜਿਨ੍ਹਾਂ ਨੇ ਦੂਜੇ ਦੀ ਗੁਲਾਮੀ ਨੂੰ ਹੀ ਆਪਣੇ ਜੀਵਨ ਦਾ ਨਿਸ਼ਾਨਾ ਬਣਾ ਛੱਡਿਆ ਹੈ। ਤੇ ਫਿਰ ਇਸ ਉੱਤੇ ਵਾਧਾ ਇਹ ਕਿ ਜਦੋਂ ਕੋਈ ਬਾਬੂ ਜੀ ਜਾਂ ਮੁਨਸ਼ੀ ਜੀ ਆਖ ਦਿੰਦਾ ਹੈ ਤਾਂ ਸ਼ਰਮਿੰਦੇ ਹੋਣ ਦੀ ਥਾਂ ਸਗੋਂ ਉਲਟੇ ਹੋਰ ਵੀ ਆਕੜ ਕੇ ਟੁਰਨ ਲੱਗਦੇ ਨੇ ਤੇ ਦਿਲ ਵਿੱਚ ਇਹ ਖਿਆਲ ਤੱਕ ਨਹੀਂ ਆਉਂਦਾ ਕਿ ਇਹ ਸ਼ਬਦ ਸਾਡੀ ਗੁਲਾਮੀ ਦੀ ਜ਼ਿੰਦਗੀ ਨੂੰ ਸੰਸਾਰ ਵਿੱਚ ਪ੍ਰਗਟ ਕਰਨ ਹਾਰਾ ਹੈ। ਦੁਨੀਆ ਸਮਝਦੀ ਹੈ ਕਿ ਇਹ ਸਾਹਿਬ ਸੁਤੰਤਰ ਜੀਵਨ ਨਹੀਂ ਸਗੋਂ ਗੁਲਾਮੀ ਦਾ ਜੀਵਨ ਬਤੀਤ ਕਰਨ ਵਾਲੇ ਹਨ ਤੇ ਕੁਝ ਦਮੜਿਆਂ ਵਿੱਚ ਆਪਣੀ ਜ਼ਮੀਰ ਅੰਦਰਲੀ ਆਵਾਜ਼ ਗੈਰ ਦੇ ਹੱਥ ਵੇਚ ਚੁੱਕੇ ਹਨ। ਇਹੋ ਕਾਰਨ ਤੇ ਨੁਕਸ ਸਨ ਜਿਨ੍ਹਾਂ ਨੇ ਮੇਰੇ ਜੀਵਨ ਦੇ
ਇਹ ਬੜਮੁੱਲੇ ਸਮੇਂ ਨੂੰ ਬਰਬਾਦ ਕਰ ਦਿੱਤਾ। ਵਿਦਿਆ ਦੇ ਇਸ ਢੰਗ ਦਾ ਅਸਰ ਜੇ ਮੇਰੇ ਉੱਤੇ ਇੰਨਾ ਕੁ ਹੀ ਹੁੰਦਾ ਤਾਂ ਵੀ ਮੇਰਾ ਕੋਈ ਹਰਜ ਨਹੀਂ, ਕਿਉਂਕਿ ਜੇ ਮੇਰੀ ਜ਼ਮੀਨ ਤੇ ਜਾਇਦਾਦ ਕਾਫੀ ਸੀ, ਜੇ ਮੈਂ ਹੱਥੀਂ ਮਿਹਨਤ ਨਾ ਵੀ ਕਰਦਾ ਤੇ ਗਰੀਬ ਲੋਕਾਂ ਦੀ ਕਿਰਤ ਕਮਾਈ ਉੱਪਰ ਹੀ ਹਰਾਮ ਦੀਆਂ ਖਾਂਦਾ ਤਾਂ ਹੀ ਮੇਰਾ ਝੱਟ ਲੰਘ ਜਾਂਦਾ, ਕਿਉਂ ਜੋ ਪੈੜੀ ਹਿੱਸੇ ਉੱਪਰ ਦੇ ਛੱਡਣ ਨਾਲ ਹੀ ਮੈਨੂੰ ਚੋਖਾ ਦਾਣਾ ਫੱਕਾ ਆ ਜਾਂਦਾ ਸੀ। ਪਰ ਇਹਨਾਂ ਪ੍ਰਾਇਮਰੀ ਸਕੂਲਾਂ ਵਿੱਚ 8-8 10-10 ਰੁਪਏ ਦੇ ਜੋ ਅਲੜ ਉਸਤਾਦ ਇਹ ਅੰਗਰੇਜ਼ੀ ਹਕੂਮਤ ਨੌਕਰ ਰੱਖਦਾ ਹੈ, ਉਹਨਾਂ ਵਿੱਚੋਂ ਬਹੁਤ ਘਟੀਆ ਮੇਲ ਦੇ ਵਧੇਰੇ ਹੁੰਦੇ ਨੇ ਤੇ ਉਹਨਾਂ ਵਿੱਚ ਬਹੁਤਿਆਂ ਦੇ ਚਾਲ ਚੱਲਣ ਵੀ ਰੱਦੀ ਹੁੰਦੇ ਨੇ। ਉਹਨਾਂ ਦਾ ਅਸਰ ਅਕਸਰ ਸ਼ਾਗਿਰਦਾਂ ਦੇ ਦਿਲ ਦਿਮਾਗ ਉੱਪਰ ਬਹੁਤ ਬੁਰਾ ਪੈਂਦਾ ਹੈ। ਮੇਰੇ ਮੰਦੇ ਭਾਗ ਨੂੰ ਮੇਰੇ ਪੱਲੇ ਵੀ ਇਹੋ ਜਿਹਾ ਹੀ ਵੱਧ ਚੱਲਣ ਉਸਤਾਦ ਹੀ ਪਿਆ, ਜਿਸ ਦੀਆਂ ਮਿਹਰਬਾਨੀਆਂ ਤੇ ਸੰਗਤ ਦੇ ਅਸਰ ਦਾ ਮੈਂ ਅਗਾਂਹ ਚੱਲ ਕੇ ਜ਼ਿਕਰ ਕਰਾਂਗਾ। ਭਲਾ ਇਹੋ ਜਿਹੇ ਉਸਤਾਦ ਬੱਚਿਆਂ ਦੇ ਦਿਲ ਦਿਮਾਗ ਨੂੰ ਕੀ ਸਿੱਖਿਆ ਦੇ ਸਕਦੇ ਹਨ, ਜਿਨ੍ਹਾਂ ਦੇ ਦਿਲ ਦਿਮਾਗ ਖੁਦ ਹੀ ਅਨਪੜ੍ਹ ਤੇ ਵਿਦਿਆ ਦੇ ਅਰਥ ਸਮਝਣ ਤੋਂ ਅਸਮਰੱਥ ਹੋਣ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਸਰਕਾਰੀ ਸਕੂਲਾਂ ਦਾ ਵਰਤਮਾਨ ਵਿਦਿਆ ਦੇਣ ਦਾ ਢੰਗ ਤੇ ਅਜਿਹੇ ਘਟੀਆ ਮੇਲ ਦੇ ਉਸਤਾਦ ਗਵਰਨਮੈਂਟ ਨੂੰ ਮੁਨਸ਼ੀ ਤੇ ਕਲਰਕ ਪੈਦਾ ਕਰਕੇ ਦੇਣ ਵਿੱਚ ਬਹੁਤ ਲਾਹੇਵੰਦੇ ਤੇ ਸੁਹੰਡਣੇ ਹਨ, ਜੋ ਬਾਲਾਂ ਦੇ ਦਿਲਾਂ ਵਿੱਚ ਗੁਲਾਮੀ ਕੁੱਟ-ਕੁੱਟ ਕੇ ਭਰ ਦਿੰਦੇ ਨੇ ਤੇ ਸਰਕਾਰੀ ਨੌਕਰੀ ਦੀ ਇੱਜ਼ਤ ਬੱਚਿਆਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਉਕਰ ਦਿੰਦੇ ਨੇ ਕਿ ਉਹ ਹੱਥੀਂ ਕਿਰਤ ਕਰਕੇ ਸੁਤੰਤਰ ਜੀਵਨ ਬਤੀਤ ਕਰਨਾ ਭੁੱਲ ਹੀ ਜਾਂਦੇ ਨੇ। ਲੂਲੇ ਲੰਗੇ ਬਣ ਕੇ ਹਕੂਮਤ ਦੇ ਦਫ਼ਤਰਾਂ ਦਾ ਆਸਰਾ ਤੱਕਣ ਤੋਂ ਛੁੱਟ ਉਹਨਾਂ ਨੂੰ ਇੰਨੀ ਹਿੰਮਤ ਨਹੀਂ ਪੈਂਦੀ ਕਿ ਉਹ ਬਿਨਾਂ ਨੌਕਰੀ ਦੇ ਹੱਥੀਂ ਕਿਰਤ ਕਮਾਈ ਕਰਕੇ ਆਪਣਾ ਜੀਵਨ ਸੁੱਖ ਤੇ ਸੁਤੰਤਰਤਾ ਨਾਲ ਬਤੀਤ ਕਰ ਸਕਣ। ਸੱਚ ਤਾਂ ਇਹ ਹੈ ਕਿ ਅਜਿਹੇ ਘਟੀਆ ਦਰਜੇ ਦੇ ਉਸਤਾਦ ਰੱਖਣ ਤੇ ਵਿਦਿਆ ਦੇਣ ਦਾ ਇਹਨਾਂ ਰੱਦੀ ਢੰਗ ਜਾਰੀ ਕਰਨ ਤੋਂ ਸਰਕਾਰ ਦਾ ਮਤਲਬ ਹੀ ਇਹੋ ਹੈ ਕਿ ਉਹ ਦਫ਼ਤਰਾਂ ਲਈ ਕਲਰਕ ਤੇ ਸਕੂਲਾਂ ਲਈ ਮੁਨਸ਼ੀ ਸਸਤੇ ਭਾਅ ਮਿਲਦੇ ਰਹਿਣ, ਨਹੀਂ ਤਾਂ ਅੰਗਰੇਜ਼ੀ ਗਵਰਨਮੈਂਟ ਵਿਦਿਆ ਦੇ ਢੰਗ ਦੇ ਨੁਕਸਾਂ ਤੇ ਉਸਤਾਦਾਂ ਦੀ ਲਿਆਕਤ ਵੱਲੋਂ ਕੋਈ ਅੰਨੀ ਨਹੀਂ ਹੈ। ਖੈਰ, ਗੱਲ ਉੱਤੇ ਗਿਲਾ ਮਾਖਤਾ ਕਰਨ ਦੀ ਲੋੜ ਹੀ ਹੈ। ਜਦੋਂ ਅੰਗਰੇਜ਼ੀ ਗਵਰਨਮੈਂਟ ਦਾ ਮੁੱਦਾ ਹੀ ਸਾਨੂੰ ਗੁਲਾਮ ਰੱਖਣਾ ਹੈ ਤਾਂ ਉਹ ਸਾਨੂੰ ਸੁਤੰਤਰ ਮਨੁੱਖ ਕਿੱਕਣ ਬਣ ਦੇਵੇਗੀ। ਇਹ ਸਭ ਸਾਡੀ ਭੁੱਲ ਦਾ ਸਿੱਟਾ ਹੈ। ਜੇ ਅਸੀਂ ਗੈਰਾਂ ਉੱਤੇ ਨਿਸ਼ਚਾ ਰੱਖਦੇ ਹਾਂ ਕਿ ਉਹ ਸਾਨੂੰ ਆਜ਼ਾਦੀ ਦੀ ਟੀਸੀ ਉੱਪਰ ਪਹੁੰਚਾਉਣਗੇ, ਛੀ ਹੀ ਹੈ। ਜਦੋਂ ਮੈਂ ਪ੍ਰਾਇਮਰੀ ਪਾਸ ਕਰ ਲਈ ਤਾਂ ਉੱਚ ਵਿਦਿਆ ਪ੍ਰਾਪਤ ਕਰਨ ਵਾਸਤੇ ਮੈਂ ਆਪਣੀ ਧਰਮ ਮਾਤਾ ਜੀ ਪਾਸੋਂ ਕਿਸੇ ਗੌਰਮੈਂਟੀ ਸਕੂਲ ਵਿੱਚ ਜਾ ਕੇ ਦਾਖਲ ਹੋਣ ਦੀ ਆਗਿਆ ਮੰਗੀ। ਉਹਨਾਂ ਨੇ ਉੱਤਰ ਦਿੱਤਾ ਕਿ ਸ਼ਹਿਰ ਵਿੱਚ ਮੈਂ ਤੈਨੂੰ ਇਕੱਲਾ ਨਹੀਂ ਛੱਡ ਸਕਦੀ। ਜੇ ਕੋਈ ਸਕੂਲ ਇੰਨਾ ਨੇੜੇ ਹੋਵੇ ਕਿ ਤੂੰ ਦਿਨੇ ਪੜ੍ਹ ਕੇ ਰਾਤੀ ਘੋੜੀ ਉੱਪਰ ਘਰ ਆ ਜਾਇਆ ਕਰੇ ਤਾਂ ਠੀਕ ਹੈ, ਪਰ ਮੇਰੀ ਬਦਕਿਸਮਤੀ ਨੂੰ ਉਸ ਵਕਤ ਕੌਮ ਅਜੇ ਕੁੰਭ ਕਰਨੀ ਨੀਂਦ ਸੁੱਤੀ ਪਈ ਘੁਰਾੜੇ ਮਾਰ ਰਹੀ ਸੀ। ਕਿਸੇ ਕੌਮੀ ਹਾਈ ਤੇ ਮਿਡਲ ਸਕੂਲ ਆਦਿਕ ਦਾ ਬਾਹਰ ਪਿੰਡਾਂ ਵਿੱਚ ਨਾ ਥੇ ਵੀ ਨਹੀਂ ਸੀ ਤੇ ਨਾ ਹੀ ਅਜੇ ਖਾਲਸਾ ਕਾਲਜ ਦਾ ਜਨਮ ਹੋਇਆ ਸੀ। ਕਿਤੇ ਕਿਤੇ ਨਾ ਗਿਣਾਵੇਂ ਸਰਕਾਰੀ ਫਾਰਸੀ ਮਿਡਲ ਸਕੂਲ ਸਨ, ਉਹ ਵੀ ਸਾਡੇ ਪਿੰਡ ਤੋਂ ਬਹੁਤ ਦੂਰ, ਜਿੱਥੋਂ ਮੈਂ ਨਿੱਤ ਤਰਕਾਲਾਂ ਨੂੰ ਮੁੜ ਕੇ ਘਰ ਨਹੀਂ ਆ ਸਕਦਾ ਸਾਂ। ਇਸ ਲਈ ਮੈਨੂੰ ਉੱਚ ਵਿਦਿਆ ਤੋਂ ਵਾਂਝਿਆਂ ਹੀ ਰਹਿਣਾ ਪਿਆ, ਜਿਸ ਦਾ ਹੁਣ ਵੀ ਕਦੀ-ਕਦੀ ਮੈਨੂੰ ਪਛਤਾਵਾ ਹੁੰਦਾ ਹੈ। ਪਰ ਜਦੋਂ ਮੈਂ ਹਿੰਦੁਸਤਾਨ ਦੇ ਉੱਚ ਵਿਦਿਆ ਪ੍ਰਾਪਤ ਭਰਾਵਾਂ ਨੂੰ ਦੇਖਦਾ ਹਾਂ ਤਾਂ ਇਹ ਪਛਤਾਵਾ ਮੇਰੇ ਦਿਲੋਂ ਬਹੁਤ ਕੁਝ ਘਟ ਜਾਂਦਾ ਹੈ, ਕਿਉਂ ਜੋ ਇਹੋ ਜਿਹੇ ਵਿਦਵਾਨ ਭਰਾਵਾਂ ਨਾਲੋਂ ਤਾਂ ਅਨਪੜ੍ਹ ਭਰਾ 1000 ਗੁਣਾ ਚੰਗੇ ਹਨ, ਜੋ ਦੇਸ਼ ਦਾ ਜੇ ਕੋਈ ਵਧੇਰੇ ਭਲਾ ਨਹੀਂ ਕਰ ਸਕਦੇ ਤਾਂ ਦੇਸ਼ ਨੂੰ ਉਹਨਾਂ ਕੋਲੋਂ ਵਧੇਰੇ ਹਾਨੀ ਹੋਣ ਦਾ ਵੀ ਭੈ ਨਹੀਂ। ਪਰ ਜੋ ਲੋਕ ਵਿਦਿਆ ਨੂੰ ਨਿਰਾ ਉਪਜੀਵਕਾ ਦਾ ਵਸੀਲਾ ਸਮਝ ਕੇ ਹੀ ਪ੍ਰਾਪਤ ਕਰਦੇ ਨੇ ਤੇ ਆਪਣੇ ਪੇਟ ਦੀ ਖਾਤਰ ਗੈਰਾਂ ਦੇ ਹਥਿਆਰ ਬਣ ਕੇ ਆਪਣੀ ਕੌਮ ਦਾ ਹੀ ਗਲਾ ਵੱਢਦੇ ਨੇ, ਅਜਿਹੇ ਪੜ੍ਹੇ ਲਿਖੇ ਲੋਕ ਦੇਸ਼ ਕੌਮ ਲਈ ਡਾਢੇ ਹਾਨੀਕਾਰਕ ਤੇ ਖਤਰਨਾਕ ਹਨ। ਅਜਿਹੇ ਲੋਕਾਂ ਦੀ ਕਿਰਪਾ ਨਾਲ ਹੀ ਅੱਜ ਕੌਮ ਗੋਲ ਗੁਲਾਮ ਦੀਆਂ ਸੰਗਲਾਂ ਵਿੱਚ ਜਕੜੀ ਪਈ ਹੈ। ਕੋਈ ਗੈਰ ਕੌਮ ਉਸ ਵੇਲੇ ਤਾਈਂ ਕਿਸੇ ਕੌਮ ਨੂੰ ਆਪਣੀ ਗੋਲੀ ਬਣਾ ਕੇ ਨਹੀਂ ਰੱਖ ਸਕਦੀ ਜਦ ਤਾਈਂ ਕਿ ਉਸੇ ਕੌਮ ਵਿੱਚੋਂ ਆਪਣੇ ਪੇਟ ਦੀ ਖਾਤਰ ਆਪਣੇ ਹੀ ਭਰਾਵਾਂ ਦੀ ਘੰਡੀ ਫੇਹਣ ਵਾਲੇ ਕੁਪੱਤਰ ਉਸ ਨੂੰ ਨਾ ਮਿਲਣ। ਭਾਵੇਂ ਅਨਪੜ੍ਹ ਭਰਾ ਵੀ
ਫੌਜ ਤੇ ਪੁਲਿਸ ਵਿੱਚ ਭਰਤੀ ਹੋ ਕੇ ਅੱਜ ਗੈਰ ਕੌਮ ਨੂੰ ਕਿਸੇ ਹੱਦ ਤੱਕ ਲਾਭ ਪਹੁੰਚਾਉਣ ਦੇ ਅਪਰਾਧੀ ਜ਼ਰੂਰ ਹਨ, ਪਰ ਫਿਰ ਵੀ ਉਹ ਇੰਨੇ ਅਪਰਾਧੀ ਨਹੀਂ ਮਿਥੇ ਜਾ ਸਕਦੇ ਜਿੰਨੇ ਪੜ੍ਹੇ ਲਿਖੇ ਵੀ, ਕਿਉਂ ਜੋ ਅਨਪੜ੍ਹ ਸਦਾ ਪੜ੍ਹੇ ਲਿਖਿਆਂ ਦੇ ਹੀ ਮਗਰ ਤੁਰਨ ਵਾਲੇ ਹੋਇਆ ਕਰਦੇ ਹਨ। ਜਿਹੇ ਪੜ੍ਹੇ ਲਿਖੇ ਪਾ ਦੇਣ ਉਹ ਉਸੇ ਪਏ ਹੀ ਤੁਰ ਪੈਂਦੇ ਹਨ। ਇਸ ਲਈ ਇਸ ਗੁਲਾਮੀ ਦੇ ਸਭ ਤੋਂ ਵੱਧ ਜ਼ਿੰਮੇਵਾਰ ਪੜ੍ਹੇ ਲਿਖੇ ਹੀ ਹਨ। ਕਿਤਾਬ ਮੇਰੀ ਰਾਮ ਕਹਾਣੀ, ਲੇਖਕ ਬਾਬਾ ਸੋਹਣ ਸਿੰਘ ਭਕਨਾ, ਸੰਪਾਦਕ ਰਾਜਵਿੰਦਰ ਸਿੰਘ ਰਾਹੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਦੂਜਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।